ਸਾਹਿਬ ਜੀ। ਏਲ ਲਹਿਓ ਦਇਆਲ, ਕਹਿ ਪੈ ਦੁਆਰਿਆ। ਰਖ ਲੇਵੋ ਹੋ ਦੀਨ ਦਇਆਲ। ਹਾਰਿਆ ਭਗਤ ਵਚਲ ਤੇਰਾ ਬਿਰਦ, ਪਤਤ ਉਧਾਰਿਆ। ਕਰ ਗਏ ਲਹਿਓ ਦਇਆਲੋ, ਸਾਗਰ ਸੰਸਾਰਿਆ। ਤੁਝ ਬਿਨ ਨਾਹੀ ਕੋਇ, ਬਿਨੋ ਮੋਹਿ ਸਾਰਿਆ। ਫਿਰਤ ਫਿਰਤ ਪ੍ਰਭ ਆਇਆ, ਕਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਤੁਕੋ ਠਲ ਗੁਰ ਸੇਵੀਐ, ਐਨਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੇ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਦੀ, ਨੋਇ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਾਲ ਜਨਮ ਜਨਮ ਦੀ ਕਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਾਲ ਜਨਮ ਜਨਮ ਦੀ ਕਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹੱਲਾ ਪੰਜਵਾ। ਜਿਨ ਤੁਮ ਭੇਜੇ ਤਿਨੇ ਬੁਲਾਏ, ਸੁਖ ਸਹਿਜ ਸੇਤੀ ਘਰ ਆਓ। ਆਨੰਦ ਮੰਗਲ ਗੁਣ ਗਾਓ ਸਹਿਜ ਧੁਨ, ਨਿਹਚਲ ਰਾਜ ਕਮਾਓ। ਤੁਮ ਕਰ ਆਵੋ ਮੇਰੇ ਮੀਤ, ਤੁਮਰੇ ਦੁਖੀ ਹਰ ਆਪ ਨਿਵਾਰੇ। ਆਪਦਾ ਭਈ ਬਤੀਤ, ਜਿਨ ਤੁਮ ਭੇਜੇ ਤਿਨੇ ਬੁਲਾਏ। ਸੁਖ ਸਹਿਜ ਸੇਤੀ ਘਰ ਆਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਨਿਧਾਨ ਪਤਿਤ ਪਾਵਨ, ਜੁਗੋ ਜੁਗ ਅਟਲ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹੋਏ ਹਨ। ਇਹਨਾਂ ਦੀਵਾਨਾਂ ਦੇ ਅੰਦਰ ਸਤਿਗੁਰਾਂ ਨੇ ਪਵਿੱਤਰ ਬਾਣੀ ਸ੍ਰੀ ਜਪਜੀ ਸਾਹਿਬ, ਸ੍ਰੀ ਜਾਪ ਸਾਹਿਬ, ਸ੍ਰੀ ਤਵੈ ਪ੍ਰਸਾਦ ਸਵਈਏ, ਸ੍ਰੀ ਚੌਪਈ ਸਾਹਿਬ, ਸ੍ਰੀ ਆਨੰਦ ਸਾਹਿਬ ਬਾਣੀ ਦੇ ਪਾਠ, ਇਹ ਜੋ ਬਾਣੀਆਂ ਹਨ ਪੰਜ, ਸੰਪੂਰਨ ਮਹਾਰਾਜ ਨੇ ਸਾਨੂੰ ਨਿਤਨੇਮ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤੀਆਂ। ਉਸ ਤੋਂ ਉਪਰੰਤ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਬਾਣੀ
ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਦੀ ਬਾਣੀ, ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਮਹਾਰਾਜ ਸਾਹਿਬ ਜੀਆਂ ਦੀ ਬਾਣੀ, ਜਿਸ ਨੂੰ ਆਸਾ ਦੀ ਵਾਰ ਆਖਿਆ ਜਾਂਦਾ ਹੈ, ਇਹ ਤਿੰਨ ਸਤਿਗੁਰਾਂ ਦੀ ਉਚਾਰਨ ਕੀਤੀ ਹੋਈ ਹੈ। ਇਸ ਬਾਣੀ ਨੂੰ ਆਪ ਸੰਗਤਾਂ ਨੇ ਕੀਰਤਨ ਦੇ ਰੂਪ ਦੇ ਵਿੱਚ ਸਰਵਣ ਕੀਤਾ ਹੈ। ਇਸ ਵੇਲੇ ਆਪਾਂ ਸਤਿਗੁਰਾਂ ਦੀ ਲੜੀਵਾਰ ਗੁਰਬਾਣੀ ਦੀ ਜੋ ਕਥਾ ਹੈ, ਅੰਮ੍ਰਿਤ ਵੇਲੇ ਸਤਿਗੁਰਾਂ ਦੇ ਦਰਬਾਰ ਵਿੱਚ ਬੈਠ ਕੇ ਸਰਵਣ ਕਰਦੇ ਹਾਂ। ਆਓ ਕੁਝ ਸਮੇਂ ਲਈ ਆਪਣੇ ਮਨ ਦਾ ਧਿਆਨ ਟਿਕਾਈਏ। ਭਾਵਨਾ ਦੇ ਨਾਲ ਸਤਿਗੁਰਾਂ ਦੇ ਜੋ ਅੰਮ੍ਰਿਤ ਬਚਨ ਹਨ, ਅੰਮ੍ਰਿਤ ਬਚਨ ਸਾਧ ਕੀ ਬਾਣੀ, ਇਹ ਜੋ ਸਤਿਗੁਰਾਂ ਦੀ ਬਾਣੀ ਹੈ, ਇਹ ਗੁਰਮੁਖੋ ਅੰਮ੍ਰਿਤ ਬਚਨ ਹੈ। ਜਿਹੜਾ ਸੁਣਦਾ ਉਹਦਾ ਭਲਾ ਹੋ ਜਾਂਦਾ ਹੈ। ਮਨ ਨੂੰ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹੱਲਾ ਪੰਜਵਾਂ। ਤਨਾਸਰੀ ਰਾਗ ਦਾ ਇਹ ਸ਼ਬਦ ਹੈ। ਪੰਚਮ ਗੁਰਦੇਵ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹ ਸ਼ਬਦ ਆਪਾਂ ਨੂੰ ਬਖਸ਼ਿਸ਼ ਕਰ ਰਹੇ ਨੇ। ਇਹ ਸ਼ਬਦ ਉਦੋਂ ਮਹਾਰਾਜ ਨੇ ਉਚਾਰਿਆ ਜਿਸ ਵੇਲੇ ਮਾਤਾ ਸਾਹਿਬ ਮਾਤਾ ਗੰਗਾ ਜੀਆਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਆਪ ਜੀ ਕਿਰਪਾ ਕਰੋ, ਘਰ ਦੇ ਵਿੱਚ ਪੁੱਤਰ ਦੀ ਦਾਤ ਬਖਸ਼ੋ। ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਸਿੱਖ ਨੂੰ ਵਡਿਆਈ ਦੇਣ ਵਾਸਤੇ ਨਿਮਾਣਿਆਂ ਦੇ ਮਾਨ ਨੇ ਨਾ ਮਹਾਰਾਜ ਸਾਹਿਬ ਜੀ ਆਪਣੇ ਸਿੱਖ ਨੂੰ ਵਡਿਆਈ ਦਿੰਦਿਆਂ ਹੋਇਆਂ ਬਚਨ ਕੀਤੇ, ਇਹ ਵਰ ਤੇ ਬਾਬਾ ਬੁੱਢਾ ਸਾਹਿਬ ਦੇ ਸਕਦੇ। ਮਾਤਾ ਗੰਗਾ ਜੀਆਂ ਨੂੰ ਕਹਿਣ ਲੱਗੇ, ਜਿਹੜੀਆਂ ਸਾਡੇ ਕੋਲ ਦਾਤਾਂ ਨੇ ਗੰਗਾ ਜੀ, ਇਹ ਗੁਰੂ ਕੀ ਸੰਗਤ ਦੀ ਇਮਾਨਤ ਹਨ। ਇਹ ਗੁਰੂ ਕੀ ਸੰਗਤ ਵਾਸਤੇ ਵਰਤੀਆਂ ਜਾ ਸਕਦੀਆਂ, ਘਰ ਵਾਸਤੇ ਪਰਿਵਾਰ ਵਾਸਤੇ ਇਹ ਵਸਤੂਆਂ ਵਰਤ ਨਹੀਂ ਸਕਦੇ। ਇਹ ਸੰਗਤ ਦੀ ਇਮਾਨਤ ਹੈ। ਇਮਾਨਤ ਜਿਹਦੀ ਹੋਵੇ ਉਹਨੂੰ ਦਿੱਤੀ ਜਾਂਦੀ ਹੈ, ਉਹਨੂੰ ਰੱਖਿਆ ਨਹੀਂ ਜਾਂਦਾ। ਤੁਸੀਂ ਦਾਤ ਲੈਣੀ ਚਾਹੁੰਦੇ ਹੋ ਪੁੱਤਰ ਦੀ, ਤੇ ਫਿਰ ਬਾਬਾ ਬੁੱਢਾ ਸਾਹਿਬ ਦੇ ਕੋਲ ਜਾਓ। ਮਾਤਾ ਗੰਗਾ ਜੀਆਂ ਨੇ ਸਤ ਬਚਨ ਕਹਿਆ, ਤਿਆਰ ਹੋ ਕੇ ਤੇ ਚਲੇ ਗਏ ਬੀੜ ਸਾਹਿਬ ਦੇ ਸਥਾਨ ਤੇ, ਜਿਸ ਨੂੰ ਅੱਜ ਆਪਾਂ ਬੀੜ ਬਾਬਾ ਬੁੱਢਾ ਸਾਹਿਬ ਕਹਿੰਦੇ ਆ। ਬੜੇ ਸ਼ਾਨੋ ਸ਼ੌਕਤ ਦੇ ਨਾਲ ਗਏ, ਬੜੇ ਠਾਠ ਬਾਠ ਦੇ ਨਾਲ ਗਏ, ਤੇ ਬਾਬਾ ਬੁੱਢਾ ਸਾਹਿਬ ਦੇ ਮੁਖੋਂ ਬਚਨ ਨਿਕਲ ਗਏ, ਗੁਰੂ ਕਿਆ ਨੂੰ ਕਿੱਧਰ ਭਾਜੜ ਪਈ ਹੈ। ਇਹ ਬਚਨ ਸੁਣ ਕੇ ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕੋਲ ਵਾਪਸ ਆ ਗਏ। ਆ ਕੇ ਦੱਸਿਆ ਵੀ ਇਹ ਬਚਨ ਬਾਬਾ ਬੁੱਢਾ ਸਾਹਿਬ ਜੀਆਂ ਨੇ ਆਖਿਆ। ਫਿਰ ਸਤਿਗੁਰਾਂ ਨੇ ਸਾਧੂ ਕੋਲ ਜਿਵੇਂ ਕਿਵੇਂ ਜਾਈਦਾ, ਪ੍ਰਸੰਨ ਕਿਵੇਂ ਕਰੀਦਾ, ਦਾਤ ਕਿਵੇਂ ਲਈਦੀ ਹੈ, ਸਾਰੀ ਸਿੱਖਿਆ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਿਖਾਈ। ਮਾਤਾ ਗੰਗਾ ਜੀ ਦੂਸਰੀ ਵਾਰੀ ਫਿਰ ਗਏ ਤੇ ਪੁੱਤਰ ਦੀ ਦਾਤ ਝੋਲੀ ਵਿੱਚ ਪਵਾ ਕੇ ਆਏ। ਹੁਣ ਸਤਿਗੁਰੂ ਜੀ ਅੰਮ੍ਰਿਤਸਰ ਦੀ ਧਰਤੀ ਤੇ ਰਹਿੰਦੇ। ਸੁਲਹੀ ਖਾਨ ਵਰਗੇ, ਸੁਲੱਭੀ ਖਾਨ ਵਰਗੇ ਮਹਾਰਾਜ ਦਾ ਵਿਰੋਧ ਕਰਦਿਆਂ ਹੋਇਆਂ ਪ੍ਰਿਥੀ ਚੰਦ ਨਾਲ ਲੈ ਕੇ ਆਇਆ ਮਹਾਰਾਜ ਨੂੰ ਮਾਰਨ ਵਾਸਤੇ। ਸੰਗਤਾਂ ਦੇ ਬੇਨਤੀ ਕਰਨ ਤੇ ਔਰ ਬਾਬਾ ਬੁੱਢਾ ਸਾਹਿਬ ਦੇ ਬਚਨ ਜਿਹੜੇ ਸਨ ਵੀ ਗੁਰੂ ਕਿਆਂ ਨੂੰ ਭਾਜੜ ਪਈ ਹੈ, ਇਹ ਬਚਨ ਪੂਰਾ ਕਰਨ ਵਾਸਤੇ ਫਿਰ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੋਂ ਚੱਲ ਕੇ ਜੋ ਗੁਰੂ ਕੀ ਵਡਾਲੀ ਨਗਰ ਹੈ, ਮਹਾਰਾਜ ਉੱਥੇ ਚਲੇ ਗਏ। ਇਸ ਨਗਰ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ 1 ਸਾਲ ਰਹੇ ਨੇ। ਉਸ 1 ਸਾਲ ਦੇ ਵਿੱਚ ਹੀ ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਦਾ ਜਿਹੜਾ ਅਵਤਾਰ ਹੈ ਉਹ ਵਡਾਲੀ ਨਗਰ ਵਿੱਚ ਹੋਇਆ। ਸਾਹਿਬਜ਼ਾਦੇ ਦੇ ਅਵਤਾਰ ਤੋਂ ਮਗਰੋਂ ਸਤਿਗੁਰੂ ਪਾਤਸ਼ਾਹ ਜੀ ਫਿਰ ਅੰਮ੍ਰਿਤਸਰ ਆ ਗਏ। ਆ ਕੇ ਸੰਗਤਾਂ ਨੂੰ ਉਪਦੇਸ਼ ਦਿੰਦੇ, ਬਚਨ ਵਿਲਾਸ ਕਰਦੇ। ਜਿਸ ਵੇਲੇ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਨੂੰ 2 ਸਾਲ ਹੋ ਗਏ ਅੰਮ੍ਰਿਤਸਰ ਰਹਿੰਦਿਆਂ ਹੋਇਆਂ, ਤੇ ਫਿਰ ਆਪਣੇ ਪਰਿਵਾਰ ਨੂੰ ਮਹਾਰਾਜ ਨੇ ਸੱਦਾ ਭੇਜਿਆ
ਵੀ ਤੁਸੀਂ ਵਡਾਲੀ ਨਗਰ ਤੋਂ ਚੱਲ ਕੇ ਹੁਣ ਅੰਮ੍ਰਿਤਸਰ ਆ ਜਾਓ। ਗੁਰੂ ਅਰਜਨ ਦੇਵ ਮਹਾਰਾਜ ਜੀ 1 ਸਾਲ ਰਹੇ ਨੇ ਵਡਾਲੀ ਦੇ ਵਿੱਚ, ਤੇ ਮਹਾਰਾਜ ਦਾ ਪਰਿਵਾਰ ਔਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਇਹ 3 ਸਾਲ ਰਹੇ ਨੇ ਵਡਾਲੀ ਦੇ ਵਿੱਚ। 21 ਹਾੜ ਨੂੰ ਮਹਾਰਾਜ ਜੀਆਂ ਦਾ ਅਵਤਾਰ ਹੁੰਦਾ, 1652 ਬਿਕਰਮੀ ਸੰਮਤ ਨੂੰ। ਪਰਿਵਾਰ 3 ਸਾਲ ਰਿਹਾ, ਗੁਰੂ ਪਾਤਸ਼ਾਹ 1 ਸਾਲ ਰਹੇ। ਉਹ ਜਿਹੜੀ ਚਿੱਠੀ ਮਹਾਰਾਜ ਨੇ ਭੇਜੀ ਹੈ, ਉਹਦੇ ਵਿੱਚ ਫਿਰ ਪਾਤਸ਼ਾਹ ਨੇ ਬਚਨ ਲਿਖੇ ਹਨ। ਜਿਨ ਤੁਮ ਭੇਜੇ ਤਿਨੇ ਬੁਲਾਏ। ਸਤਿਗੁਰਾਂ ਨੇ ਬਚਨ ਲਿਖਿਆ ਹੈ, ਜਿਸ ਪਰਮਾਤਮਾ ਨੇ ਤੁਹਾਨੂੰ ਅੰਮ੍ਰਿਤਸਰ ਤੋਂ ਭੇਜਿਆ ਹੈ, ਇੱਥੇ ਭੇਜਿਆ ਵਡਾਲੀ ਨਗਰ ਦੇ ਵਿੱਚ, ਤਿਨਹਿ ਬੁਲਾਏ। ਉਸ ਪਰਮਾਤਮਾ ਨੇ ਹੁਣ ਵਿਧੀ ਬਣਾਈ ਹੈ, ਸਬੱਬ ਬਣਾਇਆ ਹੈ। ਹੁਣ ਆਪ ਜੀ ਵਡਾਲੀ ਤੋਂ ਚੱਲ ਕੇ ਤੇ ਵਾਪਸ ਅੰਮ੍ਰਿਤਸਰ ਆ ਜਾਓ। ਭੇਜਣ ਵਾਲੇ ਵੀ ਪ੍ਰਮਾਤਮਾ ਨੇ, ਸੱਦਣ ਵਾਲੇ ਵੀ ਪ੍ਰਮਾਤਮਾ ਨੇ। ਜਿਨ ਤੁਮ ਭੇਜੇ, ਜਿਸ ਪ੍ਰਮਾਤਮਾ ਨੇ ਹੁਕਮ ਕਰਕੇ ਤੁਹਾਨੂੰ ਅੰਮ੍ਰਿਤਸਰ ਤੋਂ ਵਡਾਲੀ ਭੇਜਿਆ ਹੈ, ਪਰਿਵਾਰ ਨੂੰ ਕਹਿ ਰਹੇ ਨੇ, ਤਿਨਹਿ ਬੁਲਾਏ। ਉਸ ਪ੍ਰਮਾਤਮਾ ਨੇ ਹੁਣ ਤੁਹਾਨੂੰ ਵਡਾਲੀ ਨਗਰ ਤੋਂ ਅੰਮ੍ਰਿਤਸਰ ਦੀ ਧਰਤੀ ਤੇ ਇਹ ਬੁਲਾਉਣਾ ਕੀਤਾ ਹੈ, ਆਪ ਜੀ ਆਉਣਾ ਕਰੋ। ਸੁਖ ਸਹਿਜ ਸੇਤੀ ਘਰ ਆਓ। ਸੁਖ ਦੇ ਸਮੇਤ, ਸਹਿਜ ਕਹੀਏ ਆਨੰਦ ਦੇ ਸਮੇਤ, ਸੁਖ ਤੇ ਆਨੰਦ ਦੇ ਸਮੇਤ। ਇਹ ਜਿਹੜਾ ਗੁਰੂ ਕੇ ਮਹਿਲ ਰੂਪੀ ਘਰ ਹੈ ਨਾ, ਜਿੱਥੇ ਆਪਣਾ ਨਿਵਾਸ ਹੈ, ਇੱਥੇ ਆਪ ਜੀ ਆ ਜਾਓ। ਗੁਰੂ ਕਾ ਮਹਿਲ ਅੰਮ੍ਰਿਤਸਰ ਦੀ ਧਰਤੀ ਤੇ ਅੱਜ ਵੀ ਗੁਰਦੁਆਰਾ ਸਾਹਿਬ ਬਣਿਆ, ਇੱਥੇ ਮਹਾਰਾਜ ਨਿਵਾਸ ਕਰਦੇ ਸਨ। ਇੱਥੇ ਘਰ ਸੀ ਪਾਤਸ਼ਾਹ ਜੀਆਂ ਦਾ। ਕਹਿਣ ਲੱਗੇ, ਗੁਰ ਸਹਿਜ ਸੇਤੀ ਘਰ ਆਓ। ਇਹ ਗੁਰੂ ਕੇ ਮਹਿਲ ਰੂਪੀ ਜਿਹੜਾ ਸਥਾਨ ਹੈ, ਘਰ, ਆਪ ਜੀ ਸਹਿਜੇ ਸੁਖ ਦੇ ਸਮੇਤ ਇੱਥੇ ਆਉਣਾ ਕਰੋ। ਆਨੰਦ ਮੰਗਲ ਗੁਣ ਗਾਓ ਸਹਿਜ ਧੁਨ। ਪਾਤਸ਼ਾਹ ਕਹਿਣ ਲੱਗੇ, ਸਹਿਜੇ ਹੀ ਧੁਨ ਕਹੀਏ, ਬਾਣੀ ਉਚਾਰ ਕੇ ਨਾ, ਉਸ ਪ੍ਰਮਾਤਮਾ ਦੇ ਜੋ ਆਨੰਦਦਾਇਕ ਪ੍ਰਮਾਤਮਾ ਹੈ, ਉਹਦੇ ਮੰਗਲ ਨੂੰ ਗਾਉਣਾ ਕਰੋ। ਮੰਗਲ ਰੂਪੀ ਗੁਣਾਂ ਨੂੰ ਗਾਉਣਾ ਕਰੋ। ਆਨੰਦਦਾਇਕ ਜੋ ਪਰਮਾਤਮਾ ਹੈ ਅਤੇ ਮੰਗਲਾਂ ਨੂੰ ਜੋ ਦੇਣ ਵਾਲਾ ਹੈ, ਖੁਸ਼ੀਆਂ ਨੂੰ ਦੇਣ ਵਾਲਾ ਹੈ, ਉਸ ਦੇ ਗੁਣਾਂ ਨੂੰ ਗਾ ਕੇ ਤੇ ਆਪ ਜੀ ਫਿਰ ਇਸ ਤਰ੍ਹਾਂ ਕਹਿਣ ਲੱਗੇ ਵੀ ਇੱਥੇ ਆਉਣਾ ਕਰੋ। ਨਿਹਚਲ ਰਾਜ ਘੁਮਾਓ। ਅਤੇ ਇਸੇ ਤਰ੍ਹਾਂ ਨਿਸ਼ਚਲ ਜਿਹੜਾ ਨਹੀਂ ਨਾਸ ਹੋਣ ਵਾਲਾ, ਤੇ ਰਾਜ ਕਹੀਏ ਜਿਹੜਾ ਰਾਜ ਦਰਬਾਰ ਹੈ ਨਾ, ਗੁਰਤਾ ਗੱਦੀ, ਗੁਰੂ ਘਰ ਦਾ ਪ੍ਰਬੰਧ, ਇਸ ਨੂੰ ਆਪ ਜੀ ਖਮਾਓ, ਇਸ ਨੂੰ ਆ ਕੇ ਸਾਹਮਣਾ ਕਰੋ। ਤੁਮ ਕਰ ਆਵੋ ਮੇਰੇ ਮੀਤ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੇ ਗੁਰੂ ਹਰਗੋਬਿੰਦ ਮਹਾਰਾਜ ਜੀ ਇੱਕੋ ਪ੍ਰਮਾਤਮਾ ਦਾ ਸਰੂਪ ਨੇ ਨਾ, ਇੱਕੋ ਪ੍ਰਮਾਤਮਾ ਦੀ ਅੰਸ਼ ਨੇ। ਇਸ ਕਰਕੇ ਮਹਾਰਾਜ ਜੀ ਇੱਥੇ ਆਪਣੇ ਪੁੱਤਰ ਨੂੰ ਮਿੱਤਰ ਕਹਿ ਰਹੇ ਨੇ, ਕਿਉਂਕਿ ਇੱਕੋ ਪ੍ਰਮਾਤਮਾ ਦੀ ਜੋਤ ਹੈ ਦੋਨਾਂ ਦੇ ਵਿੱਚ। ਜਿਸ ਪਦਵੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਬੈਠੇ ਨੇ, ਉਸੇ ਗੁਰਤਾ ਗੱਦੀ ਦੇ ਉੱਪਰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਬੈਠਣਾ ਹੈ। ਪਰਮਾਤਮਾ ਦੀ ਅੰਸ਼ ਹੈ। ਕਹਿਣ ਲੱਗੇ, ਤੁਮ ਘਰ ਆਵੋ ਮੇਰੇ ਮੀਤ, ਐ ਮੇਰੇ ਮਿੱਤਰ, ਵਡਾਲੀ ਨਗਰ ਤੋਂ ਚੱਲ ਕੇ ਤੇ ਤੁਸੀਂ ਇੱਥੇ ਅੰਮ੍ਰਿਤਸਰ ਦੀ ਧਰਤੀ ਤੇ ਆਉਣਾ ਕਰੋ। ਤੁਮਰੇ ਦੋਖੀ ਹਰ ਆਪ ਨਿਵਾਰੇ। ਜਿਹੜੇ ਤੁਹਾਡੇ ਦੋਖੀ ਸਨ, ਸੁਲਹੀ ਖਾਨ ਚੜ੍ਹ ਕੇ ਆਇਆ ਵੀ ਮੈਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਗ੍ਰਿਫਤਾਰ ਕਰ ਲੈਣਾ, ਮੈਂ ਉਹਨਾਂ ਦੇ ਪਰਿਵਾਰ ਨੂੰ ਕਤਲ ਕਰ ਦੇਣਾ ਹੈ। ਇਹ ਜਿਹੜਾ ਤੁਹਾਡਾ ਦੋਖੀ ਸੀ ਨਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਉਹ ਪਰਮਾਤਮਾ ਨੇ ਆਪ ਹੀ ਕਹੀਏ ਨਿਵਾਰ ਦਿੱਤਾ, ਨਾਸ ਕਰ ਦਿੱਤਾ, ਪਰੇ ਕਰ ਦਿੱਤਾ। ਤੁਹਾਡਾ ਦੋਖੀ ਜੋ ਸੁਲਹੀ ਖਾਨ ਹੈ, ਉਹ ਆਪੇ ਹੀ ਆਵੇ ਵਿੱਚ ਡਿੱਗ ਕੇ, ਇੱਟਾਂ ਦੇ ਭੱਠੇ ਵਿੱਚ ਡਿੱਗ ਕੇ, ਬਲਦੀ ਹੋਈ ਅੱਗ ਦੇ ਵਿੱਚ ਡਿੱਗ ਕੇ ਸੜ ਗਿਆ ਹੈ, ਮਰ ਗਿਆ ਹੈ। ਜਦੋਂ ਦੁਸ਼ਮਣ ਰਿਹਾ ਹੀ ਨਹੀਂ ਤੇ ਹੁਣ ਉਹ ਕੀ ਦੁੱਖ ਦੇਵੇਗਾ। ਤੁਮਰੇ ਦੋਖੀ ਹਰ ਆਪ ਨਿਵਾਰੇ। ਤੁਹਾਨੂੰ ਜਿਹੜੇ ਦੁੱਖ ਦੇਣ ਵਾਲੇ ਸੁਲਹੀ ਖਾਨ ਵਰਗੇ, ਸੁਲੱਭੀ ਖਾਨ ਵਰਗੇ, ਉਹ ਪਰਮਾਤਮਾ ਨੇ ਆਪ ਹੀ ਕਹੀਏ ਨਿਵਾਰੇ ਦੂਰ ਕਰ ਦਿੱਤੇ ਹਨ। ਅਪਦਾ ਭਈ ਬਤੀਤ। ਜਿਹੜਾ ਅਪਦਾ ਵਾਲਾ ਸਮਾਂ ਆਉਣਾ ਸੀ ਨਾ, ਬਿਪਤਾ ਵਾਲਾ, ਜਿਹੜੇ ਲੋਕ ਦੁੱਖ ਦੇਣ ਆਏ ਸਨ, ਉਹ ਸਾਰੀ ਅਪਦਾ ਦੂਰ ਹੋ ਗਈ ਹੈ, ਦੂਰ ਹੋ ਗਈ ਹੈ। ਹੁਣ ਅਪਦਾ ਕੋਈ ਨਹੀਂ ਰਹਿ ਗਈ, ਦੁੱਖ ਕੋਈ ਨਹੀਂ ਰਹਿ ਗਿਆ ਹੈ। ਰਹਾਓ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ। ਉਹ ਜੋ ਕਰਨਹਾਰ ਪ੍ਰਮਾਤਮਾ ਹੈ ਨਾ, ਜਿਸ ਨੇ ਸਾਰੀ ਦੁਨੀਆ ਬਣਾਈ ਹੈ, ਉਸ ਪਰਮਾਤਮਾ ਨੇ ਤੁਹਾਡੇ ਜਸ ਨੂੰ ਪ੍ਰਗਟ ਕਰ ਦਿੱਤਾ ਹੈ। ਤੁਹਾਡੀ ਵਡਿਆਈ ਦੁਨੀਆ ਵਿੱਚ ਫੈਲ ਗਈ ਹੈ।
ਭਾਵੇਂ ਕਿ ਤੁਹਾਡੇ ਦੁਸ਼ਮਣਾਂ ਨੇ ਤੁਹਾਨੂੰ ਦਹੀਂ ਦੇ ਵਿੱਚ ਜ਼ਹਿਰ ਪਾ ਕੇ ਦੇਣ ਵਾਸਤੇ ਵੀ ਯਤਨ ਕੀਤਾ, ਮਾਰਨ ਵਾਸਤੇ। ਭਾਵੇਂ ਕਿ ਤੁਹਾਡੇ ਵਿਰੋਧੀਆਂ ਨੇ ਸੱਪ ਘਰ ਵਿੱਚ ਛੱਡਿਆ ਹੈ ਕਿ ਤੁਹਾਨੂੰ ਸੱਪ ਲੜ ਜਾਵੇ ਔਰ ਤੁਸੀਂ ਮਰ ਜਾਓ। ਭਾਵੇਂ ਕਿ ਵਿਰੋਧੀਆਂ ਨੇ ਦਾਈ ਨੂੰ ਜ਼ਹਿਰ ਦੇ ਕੇ ਭੇਜਿਆ ਵੀ ਦੁੱਧ ਲਾ ਕੇ ਜ਼ਹਿਰ ਦੇ ਨਾਲ, ਦੁੱਧ ਦੇ ਨਾਲ ਜ਼ਹਿਰ ਲਾ ਕੇ ਤੇ ਤੁਹਾਨੂੰ ਮਾਰ ਦੇਵੇ, ਉਹ ਦਾਈ ਨੂੰ ਵੀ ਤੁਸੀਂ ਮਾਰ ਦਿੱਤਾ ਹੈ। ਐਸੇ ਕੌਤਕ ਤੁਸੀਂ ਕੀਤੇ ਨੇ। ਇਸ ਕਰਕੇ ਐਸੇ ਕੌਤਕਾਂ ਨੂੰ ਪਰਮਾਤਮਾ ਨੇ ਤੁਹਾਡੀ ਵਡਿਆਈ ਦੇ ਵਿੱਚ ਪ੍ਰਗਟ ਕੀਤਾ ਹੈ। ਐਸੀ ਵੱਡੀ ਵਡਿਆਈ ਜੋ ਹੈ ਤੁਹਾਨੂੰ ਪ੍ਰਾਪਤ ਹੋਈ ਹੈ। ਨਾਸਨ ਭਾਜਨ ਥਾਕੇ। ਇਹ ਜਿਹੜਾ ਨਸਣਾ ਤੇ ਭਜਨਾ ਹੈ, ਇਹ ਥਾਕੇ ਕਹੀਏ ਮੁੱਕ ਗਿਆ ਹੈ। ਗੁਰਮੁਖੋ ਸ਼ਬਦ ਭਾਵੇਂ ਵੱਖੋ ਵੱਖਰੇ ਨੇ, ਪਰ ਦੁਨਿਆਵੀ ਤੌਰ ਤੇ ਅਸੀਂ ਇਹਨਾਂ ਦਾ ਮਤਲਬ ਇੱਕੋ ਹੀ ਜਾਣਦੇ ਹਾਂ। ਭਾਜਣ ਤੋਂ ਭਾਵ ਭਜਨਾ ਤੇ ਨਾਸਣ ਤੋਂ ਭਾਵ ਨਸਣਾ। ਨਸਣਾ ਭਜਨਾ ਅਸੀਂ ਇੱਕੋ ਹੀ ਸਮਝਦੇ ਹਾਂ ਵੀ ਇੱਕੋ ਹੀ ਗੱਲ ਹੈ। ਪਰ ਵਿਦਵਾਨਾਂ ਨੂੰ ਜੇ ਕਰਕੇ ਪੜ੍ਹੀਏ ਨਾ ਤੇ ਵਿਦਵਾਨ ਇਹਨਾਂ ਦੋਵਾਂ ਸ਼ਬਦਾਂ ਦਾ ਅਰਥ ਵੱਖੋ ਵੱਖਰਾ ਕਰਦੇ। ਕਹਿਣ ਲੱਗੇ ਭਜਨਾ ਉਹ ਹੁੰਦਾ ਜਿਹੜਾ ਸਾਰਿਆਂ ਦੇ ਸਾਹਮਣੇ ਪ੍ਰਤੱਖ, ਸਾਰਿਆਂ ਦੇ ਵੇਖਦਿਆਂ ਦੌੜ ਲਾਉਣੀ, ਉਸ ਨੂੰ ਕਹਿੰਦੇ ਭਜਨਾ। ਇਹ ਦੌੜਦਾ ਜਾਂਦਾ, ਉਹ ਭੱਜਾ ਜਾਂਦਾ ਹੈ। ਤੇ ਨਸਣ ਤੋਂ ਭਾਵ ਹੁੰਦਾ ਚੋਰੀ ਚੋਰੀ ਨਸਣਾ, ਪਤਾ ਨਾ ਲੱਗੇ ਫਿਰ ਨਸ ਵੀ ਜਾਣਾ, ਦੌੜ ਵੀ ਜਾਣਾ ਪਰ ਕਿਸੇ ਨੂੰ ਦਿਸੇ ਨਾ, ਪਤਾ ਨਾ ਲੱਗੇ, ਉਹਨੂੰ ਕਹਿੰਦੇ ਨਸਣਾ। ਵਿਦਵਾਨ ਇਸ ਤਰ੍ਹਾਂ ਇਹਦੇ ਅਰਥ ਕਰ ਲੈਂਦੇ, ਇਹ ਭਜਨਾ ਜਿਹੜਾ ਸਾਰਿਆਂ ਦੇ ਸਾਹਮਣੇ ਹੈ, ਤੇ ਨਸਣਾ ਜਿਹੜਾ ਛੁਪ ਕੇ ਲੁਕ ਕੇ ਪਤਾ ਵੀ ਨਾ ਲੱਗੇ ਔਰ ਦੌੜ ਵੀ ਜਾਣਾ, ਉਹਨੂੰ ਕਹਿੰਦੇ ਨਸਣਾ। ਮਹਾਰਾਜ ਕਹਿਣ ਲੱਗੇ ਨਾਸਨ ਭਾਜਨ ਥਾਕੇ। ਇਹ ਜਿਹੜਾ ਭਜਨਾ ਨਸਣਾ ਸੀ ਨਾ, ਚੋਰੀ ਛੁਪ ਕੇ ਭਜਨਾ ਔਰ ਸਾਰਿਆਂ ਦੇ ਸਾਹਮਣੇ ਭਜਨਾ, ਇਹ ਵੀ ਤੁਹਾਡਾ ਰਹਿ ਗਿਆ। ਹੁਣ ਭਜਨ ਦੀ ਲੋੜ ਨਹੀਂ ਪਵੇਗੀ, ਨਾ ਚੋਰੀ ਛੁਪ ਕੇ ਤੇ ਨਾ ਸਾਰਿਆਂ ਦੇ ਸਾਹਮਣੇ। ਇਹ ਭੱਜਣ ਦੌੜ ਦੀਆਂ ਸਾਰੀਆਂ ਤੁਹਾਡੀਆਂ ਜਿਹੜੀਆਂ ਦੌੜਾਂ ਨੇ ਉਹ ਖਤਮ ਹੋ ਗਈਆਂ ਹਨ। ਘਰ ਮੰਗਲ ਵਾਜੇ ਨਿਤ ਵਾਜੇ। ਇਸ ਕਰਕੇ ਘਰ ਦੇ ਵਿੱਚ ਮੰਗਲਾਂ ਦੇ ਵਾਜੇ, ਜਿਹੜੇ ਖੁਸ਼ੀਆਂ ਦੇ ਵਾਜੇ ਜਿਹੜੇ ਨੇ ਉਹ ਵੱਜ ਰਹੇ ਹਨ। ਆਪਣੇ ਖਸਮ ਨਿਵਾਜੇ। ਇਸੇ ਤਰ੍ਹਾਂ ਜੋ ਖਸਮ ਮਾਲਕ ਨੇ ਨਾ, ਸਾਹਿਬ ਗੁਰੂ ਰਾਮਦਾਸ ਪਾਤਸ਼ਾਹ, ਉਹੀ ਖਸਮ ਨੇ ਨਾ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਆਪਣਾ ਖਸਮ ਅਸੀਂ ਤੇ ਆਪਣਾ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਨੂੰ ਮੰਨਦੇ ਹਾਂ। ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਐਸੀ ਬਖਸ਼ਿਸ਼ ਕੀਤੀ, ਸਾਨੂੰ ਨਿਵਾਜਿਆ ਹੈ, ਮਾਨ ਵਡਿਆਈ ਬਖਸ਼ੀ ਹੈ। ਅਸਥਿਰ ਰਹੋ ਡੋਲੋ ਮਤ ਕਬਹੂ, ਗੁਰ ਕੇ ਬਚਨ ਆਧਾਰ। ਜਿਨ੍ਹਾਂ ਨੇ ਗੁਰੂ ਦੇ ਬਚਨ ਦਾ ਆਧਾਰ ਕਹੀਏ ਆਸਰਾ ਲਿਆ ਹੈ, ਜਿਨ੍ਹਾਂ ਨੇ ਗੁਰੂ ਦੇ ਬਚਨ ਨੂੰ ਆਸਰਾ ਮੰਨਿਆ ਹੈ। ਜਿਵੇਂ ਸਾਨੂੰ ਆਸਰਾ ਨਾ ਸਾਡੇ ਮਾਂ ਦਾ, ਬਾਪ ਦਾ, ਭੈਣਾਂ ਭਰਾਵਾਂ ਦਾ, ਰਿਸ਼ਤੇਦਾਰਾਂ ਦਾ। ਅਸੀਂ ਰਿਸ਼ਤੇਦਾਰਾਂ ਨਾਲ, ਮਿੱਤਰਾਂ ਨਾਲ ਤਾਂ ਹੀ ਬਣਾ ਕੇ ਰੱਖਦੇ ਨਾ ਵੀ ਕੱਲ੍ਹ ਨੂੰ ਜੇ ਸੰਕਟ ਦਾ ਸਮਾਂ ਪਵੇਗਾ ਤੇ ਇਹ ਮੇਰੇ ਕੰਮ ਆਵੇਗਾ। ਰਿਸ਼ਤੇਦਾਰ ਅਮੀਰ ਹੈ, ਧਨ ਵਾਲਾ ਹੈ, ਉੱਚੀ ਪਹੁੰਚ ਵਾਲਾ ਹੈ, ਤੇ ਲੋਕ ਉਹਦੇ ਨੇੜੇ ਜ਼ਿਆਦਾ ਹੁੰਦੇ। ਜਿਹੜਾ ਗਰੀਬ ਹੈ, ਪ੍ਰਸ਼ਾਦਾ ਪਾਣੀ ਮਸਾਂ ਹੀ ਚੱਲਦਾ, ਉਹਦੇ ਤੋਂ ਲੋਕ ਦੂਰ ਹੀ ਹੁੰਦੇ, ਭਾਵੇਂ ਉਹ ਰਿਸ਼ਤੇਦਾਰੀ ਨੇੜੇ ਦੀ ਹੋਵੇ। ਉਹਦਾ ਕਾਰਨ ਕੀ ਹੈ? ਹਰੇਕ ਮਨੁੱਖ ਦੀ ਇਹ ਲਾਲਸਾ ਹੁੰਦੀ ਹੈ, ਮੈਂ ਤਕੜੇ ਅਮੀਰ ਰਿਸ਼ਤੇਦਾਰ ਦੇ ਨਾਲ ਬੈਠਾ ਉੱਠਾਂਗਾ, ਕੱਲ੍ਹ ਨੂੰ ਕੋਈ ਲੋੜ ਪਵੇਗੀ ਇਹ ਮੇਰੀ ਮਦਦ ਕਰੇਗਾ। ਜਿਹੜਾ ਪਹਿਲਾਂ ਹੀ ਗਰੀਬ ਹੈ ਵਿਚਾਰਾ, ਆਪ ਮਸਾਂ ਪ੍ਰਸ਼ਾਦਾ ਛਕਦਾ, ਉਹਨੇ ਮਦਦ ਕੀ ਕਰਨੀ, ਉਹ ਤੋਂ ਲੋਕ ਦੂਰ ਹੋ ਜਾਂਦੇ। ਰਿਸ਼ਤੇਦਾਰੀਆਂ ਵਿੱਚ, ਮਿੱਤਰਾਂ ਦੇ ਵਿੱਚ, ਦੋਸਤਾਂ ਦੇ ਵਿੱਚ ਅਸੀਂ ਉਹਨਾਂ ਨਾਲ ਤਾਂ ਵਰਤਦੇ ਹਾਂ ਵੀ ਉਹ ਸਾਡੀ ਵਿਪਤਾ ਦੇ ਵੇਲੇ ਮਦਦ ਕਰਨਗੇ, ਪਰ ਉਹ ਪਤਾ ਨਹੀਂ ਮਦਦ ਕਰਨਗੇ ਕਿ ਨਹੀਂ ਕਰਨਗੇ। ਪਰ ਮਹਾਰਾਜ ਕਹਿਣ ਲੱਗੇ ਜਿਨ੍ਹਾਂ ਨੇ ਗੁਰੂ ਦੇ ਬਚਨ ਨੂੰ ਆਪਣਾ ਮਦਦਗਾਰ ਬਣਾਇਆ ਹੈ, ਜਿਨ੍ਹਾਂ ਨੂੰ ਗੁਰੂ ਬਚਨ ਦੇ ਉੱਪਰ ਭਰੋਸਾ ਹੈ, ਜਿਨ੍ਹਾਂ ਨੂੰ ਗੁਰੂ ਸ਼ਬਦ ਦੇ ਉੱਪਰ ਭਰੋਸਾ ਹੈ, ਉਹਨਾਂ ਨੇ ਗੁਰੂ ਦੇ ਸ਼ਬਦ ਦਾ ਹੀ ਆਸਰਾ ਲੈ ਲਿਆ। ਕਹਿਣ ਲੱਗੇ ਸਾਨੂੰ ਦੁਨੀਆ ਦਾ ਆਸਰਾ ਨਹੀਂ ਚਾਹੀਦਾ, ਸਾਨੂੰ ਤੇ ਇੱਕ ਨਾਮ ਦਾ ਆਸਰਾ ਹੈ, ਸਾਨੂੰ ਦੁਨੀਆ ਦੇ ਆਸਰੇ ਦੀ ਲੋੜ ਨਹੀਂ। ਜਿਨ੍ਹਾਂ ਨੇ ਗੁਰੂ ਦਾ ਬਚਨ, ਗੁਰੂ ਦਾ ਹੁਕਮ, ਗੁਰੂ ਦਾ ਉਪਦੇਸ਼ ਜਿਨ੍ਹਾਂ ਦਾ ਆਸਰਾ ਬਣਿਆ, ਅਸਥਿਰ ਰਹੋ, ਉਹ ਸਦਾ ਵਾਸਤੇ ਅਸਥਿਰ ਹੋ ਜਾਂਦੇ, ਟਿਕ ਜਾਂਦੇ। ਡੋਲੋ ਮਤ ਕਬਹੂ, ਉਹ ਕਦੇ ਵੀ ਜ਼ਿੰਦਗੀ ਵਿੱਚ ਡੋਲਦੇ ਨਹੀਂ। ਔਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿ ਰਹੇ, ਕਹਿਣ ਲੱਗੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤੁਹਾਨੂੰ ਵੀ ਸ਼ਬਦ ਦਾ ਆਸਰਾ ਹੈ, ਸਦਾ ਅਸਥਿਰ ਹੋ ਕੇ, ਸਥਿਤ ਹੋ ਕੇ ਰਹਿਣਾ ਕਰੋ।
ਅਤੇ ਕਦੇ ਵੀ ਜ਼ਿੰਦਗੀ ਵਿੱਚ ਡੋਲਣਾ ਨਹੀਂ ਹੈ, ਨਾ ਤੁਹਾਨੂੰ ਡੋਲਣ ਦੀ ਲੋੜ ਪੈਣੀ ਹੈ। ਜੈ ਜੈਕਾਰ ਸਗਲ ਭੂ ਮੰਡਲ। ਇਸ ਧਰਤੀ ਦੇ ਉੱਪਰ ਤੁਹਾਡੀ ਹੋਵੇਗੀ ਜੈ ਜੈਕਾਰ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਤੁਹਾਡੀ ਜੈ ਜੈਕਾਰ, ਜੈ ਜੈਕਾਰ, ਜੈ ਜੈਕਾਰ, ਇਹ ਤੁਹਾਡੀ ਜੈ ਜੈਕਾਰ ਹੁੰਦੀ ਰਹੇਗੀ। ਜੈ ਤੋਂ ਭਾਵ ਹੈ ਜਿੱਤ ਹੁੰਦੀ ਰਹੇਗੀ। ਔਰ ਗੁਰਮੁਖੋ, ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬਚਨ ਬੜੇ ਹੀ ਸਫਲੇ ਨੇ। ਪਹਿਲਾ ਜੰਗ ਮਹਾਰਾਜ ਨੇ ਕੀਤਾ ਅੰਮ੍ਰਿਤਸਰ ਦੀ ਧਰਤੀ ਤੇ। 7,500 ਦੀ ਗਿਣਤੀ ਵਿੱਚ ਮੁਗਲਸ ਖਾਨ ਨਾਮ ਦਾ ਪਠਾਨ ਜਿਹੜਾ ਹੈ ਨਾ, ਇਹ ਲਾਹੌਰ ਤੋਂ ਫੌਜ ਲੈ ਕੇ ਆਇਆ। ਤੇ ਸਤਿਗੁਰਾਂ ਦੇ ਕੋਲ ਕੁਝ ਕੁ ਸੂਰਮੇ ਨੇ ਜਿਹੜੇ ਪੋਟਿਆਂ ਤੇ ਗਿਣੇ ਜਾਣ, ਉਂਗਲਾਂ ਤੇ ਗਿਣੇ ਜਾਣ। ਨਾ ਚੰਗੇ ਹਥਿਆਰ ਨੇ, ਨਾ ਚੰਗਾ ਕੋਈ ਗੋਲੀ ਸਿੱਕਾ ਕੋਲ ਹੈ। ਦੁਸ਼ਮਣ ਨੇ ਹਮਲਾ ਕੀਤਾ ਤੇ ਮਹਾਰਾਜ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਇੱਕ ਛੋਟਾ ਜਿਹਾ ਕਿਲ੍ਹਾ ਬਣਾਇਆ ਸੀ। ਉਸ ਕਿਲ੍ਹੇ ਦੀ ਕੰਧ ਦੇ ਉੱਪਰ ਇੱਕ ਵੱਡੀ ਲੱਕੜ ਰੱਖ ਕੇ ਨਾ ਮਹਾਰਾਜ ਕਹਿਣ ਲੱਗੇ, ਗੁਰੂ ਕਿਉਂ ਸਿੱਖੋ, ਇਹ ਵੱਡੀ ਲੱਕੜ ਤੋਪ ਦਾ ਕੰਮ ਕਰੇਗੀ। ਲੱਕੜ ਵੱਡੀ ਸਾਰੀ ਹੈ, ਉਹਦੇ ਵਿੱਚ ਖੋਲ ਪਿਆ ਹੋਇਆ, ਵਿੱਚੋਂ ਖਾਲੀ ਹੈ, 4 ਚੁਫੇਰਿਓਂ ਬੰਤਰ ਪੂਰੀ ਹੈ। ਉਹਦੇ ਵਿੱਚ ਬਰੂਦ ਭਰ ਭਰ ਕੇ ਗੁਰੂ ਕਿਆਂ ਸਿੱਖਾਂ ਨੇ ਜਦੋਂ ਅੱਗ ਲਾਈ ਤੇ ਉਹ ਲੱਕੜ ਦਾ ਖੋਲ ਜਿਹੜਾ ਨਾ ਤੋਪ ਦਾ ਕੰਮ ਕਰਦਾ ਪਿਆ। ਉਡਾ ਦਿੱਤੇ ਦੁਸ਼ਮਣ। ਭਾਵੇਂ ਉਸ ਵੇਲੇ ਚੰਗਾ ਹਥਿਆਰ ਵੀ ਕੋਈ ਨਹੀਂ ਸੀ, ਚੰਗਾ ਗੋਲੀ ਸਿੱਕਾ ਵੀ ਕੋਲ ਨਹੀਂ ਸੀ, ਔਰ ਸਿੱਖਾਂ ਨੇ ਕੋਈ ਜੰਗ ਵੀ ਨਹੀਂ ਸੀ ਲੜਿਆ। ਪਹਿਲਾ ਜੰਗ ਸੀ ਅੰਮ੍ਰਿਤਸਰ ਦੀ ਧਰਤੀ ਤੇ। ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਦੀ ਪਹਿਲੇ ਜੰਗ ਵਿੱਚ ਹੀ ਜਿੱਤ ਹੋਈ। ਫਿਰ ਦੂਜਾ ਜੰਗ ਲੜਿਆ ਹਰਗੋਬਿੰਦਪੁਰ ਦੀ ਧਰਤੀ ਤੇ। ਤੀਜਾ ਜੰਗ ਲੜਿਆ ਮਹਾਰਾਜ ਨੇ ਮਹਾਰਾਜ ਦੀ ਧਰਤੀ ਤੇ ਬਠਿੰਡੇ ਨੇੜੇ। ਤੇ ਚੌਥਾ ਜੰਗ ਲੜਿਆ ਮਹਾਰਾਜ ਨੇ ਜਲੰਧਰ ਦੇ ਨੇੜੇ ਕਰਤਾਰਪੁਰ ਦੀ ਧਰਤੀ ਤੇ। 4 ਜੰਗ ਲੜੇ, 4 ਜੰਗਾਂ ਵਿੱਚ ਜਿੱਤ ਹੀ ਹੋਈ ਹੈ, ਹਾਰ ਕੋਈ ਨਹੀਂ ਹੋਈ। ਦੁਸ਼ਮਣ ਨੂੰ ਮੂੰਹ ਦੀ ਖਾਣੀ ਪਈ ਹੈ, ਐਸਾ ਵਿਪਤਾ ਪਈ। ਮਹਾਰਾਜ ਕਹਿਣ ਲੱਗੇ ਜੈ ਜੈਕਾਰ ਸਗਲ ਭੂ ਮੰਡਲ। ਇਹ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬਚਨ ਸਨ। ਪੁੱਤਰ ਸਤਿਗੁਰੂ ਜੀ, ਤੁਹਾਡੀ ਇਸ ਧਰਤੀ ਦੇ ਉੱਪਰ ਜੈ ਜੈਕਾਰ ਹੀ ਹੋਵੇਗੀ, ਜਿੱਤ ਹੋਵੇਗੀ, ਤੁਹਾਨੂੰ ਹਰਾ ਕੋਈ ਨਹੀਂ ਸਕੇਗਾ। ਇਹ ਬਚਨ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਆਪਣੇ ਪੁੱਤਰ ਨੂੰ ਵਰ ਦੇ ਰੂਪ ਦੇ ਵਿੱਚ। ਕਹਿਣ ਲੱਗੇ ਤੁਹਾਡੀ ਸਾਰੀ ਧਰਤੀ ਦੇ ਉੱਪਰ ਜੈ ਜੈਕਾਰ ਹੈ। ਮੁਖ ਉਜਲ ਦਰਬਾਰ। ਇਸੇ ਤਰ੍ਹਾਂ ਸਤ ਸੰਗਤ ਰੂਪੀ ਦਰਬਾਰ ਦੇ ਵਿੱਚ ਵੀ ਮੁਖ ਉਜਲੇ ਰਹਿਣੇ ਨੇ। ਨਿਰੰਕਾਰ ਦੇ ਘਰ ਰੂਪੀ ਦਰਬਾਰ ਦੇ ਵਿੱਚ ਵੀ ਤੁਹਾਡਾ ਮੁਖ ਉਜਲਾ ਰਹਿਣਾ ਹੈ। ਜਿਨ ਕੇ ਜੀਤ ਨਹੀਂ ਫੇਰੇ। ਗੁਰੂ ਪਾਤਸ਼ਾਹ ਕਹਿਣ ਲੱਗੇ ਜਿਸ ਦੇ ਇਹ ਜੀਵ ਸਨ, ਸੁਲਹੀ ਖਾਨ, ਸਲੱਬੀ ਖਾਨ, ਇਹ ਪ੍ਰਿਥੀ ਚੰਦ ਵਰਗੇ ਜਿਹੜੇ ਤੁਹਾਡੇ ਵੈਰੀ ਬਣੇ ਸਨ, ਇਹ ਜਿਸ ਪ੍ਰਮਾਤਮਾ ਨੇ ਇਹਨਾਂ ਨੂੰ ਪੈਦਾ ਕੀਤਾ ਸੀ, ਤਿਨੇ ਹੀ ਫੇਰੇ ਉਸੇ ਪ੍ਰਮਾਤਮਾ ਨੇ ਹੀ ਮੋੜ ਦਿੱਤੇ ਆਪੇ ਇਹਨਾਂ ਦੇ ਮੂੰਹ। ਸਲੱਬੀ ਖਾਨ ਵਰਗੇ, ਸੁਲਹੀ ਖਾਨ ਵਰਗੇ ਮਰ ਗਏ। ਔਰ ਪ੍ਰਿਥੀ ਚੰਦ ਵੀ ਗੁਰੂ ਘਰ ਦੇ ਨਾਲ ਵੈਰ ਕਰਦਾ ਕਰਦਾ ਇਹ ਵੀ ਰਾਤ ਨੂੰ ਕੋਈ ਇਹੋ ਜਿਹਾ ਇਸਨੇ ਭੋਜਨ ਛਕ ਲਿਆ। ਕਈਆਂ ਵਿਦਵਾਨਾਂ ਨੇ ਲਿਖਿਆ ਵੀ ਇਸਨੇ ਪਾਲਕ ਦਾ ਸਾਗ ਵਗੈਰਾ ਬਣਾ ਕੇ ਖਾਧਾ ਸੀ ਤੇ ਰਾਤੋਂ ਰਾਤ ਅਫਰੇਵਾ ਹੋਇਆ ਤੇ ਇਹ ਵੀ ਮਰਿਆ। ਕਹਿਣ ਲੱਗੇ ਜਿਹੜੇ ਤੁਹਾਡੇ ਵੈਰੀ ਸਨ, ਵਿਰੋਧੀ ਸਨ, ਉਹ ਵੀ ਮਰ ਗਏ। ਜਿਨ ਕੇ ਜੀ ਤਿਨੈ ਹੀ ਫੇਰੇ। ਜਿਸ ਪ੍ਰਮਾਤਮਾ ਨੇ ਸਾਰੇ ਪੈਦਾ ਕੀਤੇ ਸਨ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਆਪਣੇ ਆਪ ਹੀ ਪ੍ਰਮਾਤਮਾ ਨੇ ਮੋੜ ਦਿੱਤਾ, ਮਾਰ ਦਿੱਤੇ ਹਨ। ਆਪੇ ਭਇਆ ਸਹਾਈ। ਉਹ ਆਪ ਹੀ ਤੁਹਾਡੀ ਸਹਾਇਤਾ ਕਰਨ ਵਾਲਾ, ਬਖਸ਼ਿਸ਼ ਕਰਨ ਵਾਲਾ ਹੋਇਆ ਹੈ। ਅਚਰਜ ਕੀਆ ਕਰਨੈ ਹਾਰੇ। ਜੋ ਕਰਨਹਾਰ ਪ੍ਰਮਾਤਮਾ ਹੈ, ਉਸਨੇ ਐਸੇ ਹੈਰਾਨ ਕਰਨ ਵਾਲੇ ਕੌਤਕ ਕੀਤੇ। ਇੱਕ ਫੌਜ ਦੇ ਨਾਲ ਚੜ੍ਹ ਕੇ ਵੱਡਾ ਕਮਾਂਡਰ ਸੈਨਾਪਤੀ ਆ ਰਿਹਾ, ਇੰਨੀ ਵੱਡੀ ਫੌਜ ਦੇ ਵਿੱਚੋਂ ਨਿਕਲ ਕੇ ਜਾ ਕੇ ਭੱਠੇ ਵਿੱਚ ਸੜ ਕੇ ਮਰਿਆ, ਫੌਜ ਬਚਾ ਨਹੀਂ ਸਕੀ। ਐਸੇ ਕੌਤਕ ਪ੍ਰਮਾਤਮਾ ਹੈਰਾਨ ਕਰਨ ਵਾਲੇ ਕਰਦਾ ਹੈ। ਨਾਨਕ ਸੱਚ ਵਡਿਆਈ। ਉਸ ਦੀ ਵਡਿਆਈ ਹੈ ਭਾਈ ਪ੍ਰਮਾਤਮਾ ਦੀ। ਜਿਹਦਾ ਉਹ ਪੱਖ ਕਰੇ ਉਹਦਾ ਕੋਈ ਵਾਲ ਨਹੀਂ ਵਿੰਗਾ ਕਰ ਸਕਦਾ। ਜਿਸਕਾ ਪੱਖ ਕਰੇ ਕਰਤਾਰ, ਜਿਹਦਾ ਪੱਖ ਕਰਤਾਰ ਕਰੇ ਉਹਦਾ ਵਾਲ ਕੋਈ ਵਿੰਗਾ ਨਹੀਂ ਕਰ ਸਕਦਾ। ਬਾਲ ਨਾ ਬਾਂਕਾ ਕਰ ਸਕੈ ਜੋ ਸਭ ਜਗ ਬੈਰੀ ਹੋਏ। ਤੇ ਜਿਹਨੂੰ ਪ੍ਰਮਾਤਮਾ ਮਾਰਨਾ ਚਾਹਵੇ ਨਾ, ਉਹਨੂੰ ਰੱਖ ਕੋਈ ਨਹੀਂ ਸਕਦਾ, ਬਚਾ ਕੋਈ ਨਹੀਂ ਸਕਦਾ। ਬਹੁ ਯਤਨ ਕਰਤਾ ਬਲਵੰਤਕਾਰੀ, ਸੇਵੰਤ ਸੂਰਾ ਚਤੁਰ ਦਿਸੈ। ਬੜੇ ਬੜੇ ਰਾਜੇ ਹੋਏ ਆਪਣੇ ਆਪ ਨੂੰ ਬਚਾਉਣ ਵਾਸਤੇ, ਪਰ ਬਚੇ ਨਹੀਂ, ਮਰ ਗਏ।
ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਉਸ ਪਰਮਾਤਮਾ ਦੀ ਸੱਚੀ ਵਡਿਆਈ ਹੈ। ਇਹ ਤੇ ਗੁਰਮੁਖੋ ਬਾਹਰੀ ਅਰਥ ਸਨ ਜਿਹੜੇ ਆਪਾਂ ਸਰਵਣ ਕੀਤੇ। ਹੁਣ ਮਹਾਰਾਜ ਇਸੇ ਸ਼ਬਦ ਦੇ ਅੰਤਰੀਵ ਸਾਨੂੰ ਅਰਥ ਬਖਸ਼ਿਸ਼ ਕਰ ਰਹੇ ਨੇ। ਦੁਬਾਰਾ ਆਪਾਂ ਇਸ ਸ਼ਬਦ ਨੂੰ ਫਿਰ ਸਰਵਣ ਕਰਦੇ ਹਾਂ। ਜਿਨ ਤੁਮ ਭੇਜੇ ਤਿਨੇ ਬੁਲਾਏ, ਸੁਖ ਸਹਿਜ ਸੇਤੀ ਘਰ ਸਤਿਗੁਰੂ ਆਓ। ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਰਹਾਉ ਦੀ ਪੰਕਤੀ ਬਖਸ਼ਿਸ਼ ਕੀਤੀ ਹੈ। ਤੁਮ ਘਰ ਆਵੋ ਮੇਰੇ ਮੀਤ। ਐ ਮਿੱਤਰੋ, ਸਤਿਗੁਰੂ ਦੇ ਮਿੱਤਰ ਕੌਣ ਨੇ? ਸੰਤ, ਸਾਧੂ, ਨਾਮ ਜਪਣ ਵਾਲੇ। ਨਾਮ ਜਪਣ ਵਾਲੇ ਦਾ ਮਿੱਤਰ ਵੀ ਨਾਮ ਜਪਣ ਵਾਲਾ ਹੀ ਹੁੰਦਾ। ਜਿਵੇਂ ਚੋਰ ਦਾ ਮਿੱਤਰ ਚੋਰ ਹੈ, ਇਸੇ ਤਰ੍ਹਾਂ ਸਾਧੂ ਦਾ ਮਿੱਤਰ ਸਾਧੂ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੁਮ ਘਰ ਆਵੋ ਮੇਰੇ ਮੀਤ। ਐ ਮਿੱਤਰੋ, ਸਾਧੂ ਜਨੋ, ਤੁਸੀਂ ਸਰੂਪ ਰੂਪੀ ਘਰ ਦੇ ਵਿੱਚ ਆਉਣਾ ਕਰੋ। ਜਿਨ ਤੁਮ ਭੇਜੇ ਤਿਨੇ ਬੁਲਾਏ, ਤੁਮਰੇ ਦੁਖੀ ਹਰਿ ਆਪ ਨਿਵਾਰੇ। ਜੋ ਤੁਹਾਡਾ ਦੋਖ ਕਰਨ ਵਾਲੇ ਨੇ ਨਾ, ਦੁਸ਼ਟ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਰਹਾਉ ਦੀਆਂ ਪੰਕਤੀਆਂ ਤੋਂ ਅਰਥ ਆਪਾਂ ਲਿਆ ਹੈ। ਕਹਿਣ ਲੱਗੇ ਵੀ ਇਹਨਾਂ ਦੋਖੀਆਂ ਨੂੰ ਪ੍ਰਮਾਤਮਾ ਨੇ ਆਪੇ ਹੀ ਨਿਵਾਰੇ ਦੂਰ ਕਰ ਦਿੱਤਾ ਹੈ। ਸੰਤ ਦੇ ਨੇੜੇ, ਸਾਧੂ ਦੇ ਨੇੜੇ ਵਕਾਰ ਨਹੀਂ ਆਉਂਦਾ, ਤੇ ਜਿਹਦੇ ਨੇੜੇ ਵਕਾਰ ਆ ਗਿਆ ਉਹ ਸਾਧੂ ਨਹੀਂ ਹੁੰਦਾ। ਜਿਹੜਾ ਸਾਧੂ ਹੈ ਨਾ, ਉਹਦੇ ਕੋਲ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਉਂਦਾ ਹੀ ਨਹੀਂ ਹੈ, ਕਿਉਂਕਿ ਉਹ ਸਾਧੂ ਹੈ। ਤੇ ਜਿਹਦੇ ਕੋਲ ਇਹ ਵਕਾਰ ਆ ਗਿਆ ਉਹ ਸਾਧੂ ਨਹੀਂ ਹੈ, ਉਹ ਦੁਨਿਆਵੀ ਹੈ, ਸੰਸਾਰੀ ਹੈ। ਤੁਮਰੇ ਦੁਖੀ ਹਰਿ ਆਪ ਨਿਵਾਰੇ। ਸੰਤਾਂ ਨੂੰ ਦੁੱਖ ਦੇਣ ਵਾਲੇ ਕਾਮ ਇਤਿਆਦਿਕ ਜਿਹੜੇ ਦੁਖੀ ਨੇ, ਪਰਮਾਤਮਾ ਦੂਰ ਕਰ ਦਿੰਦਾ। ਅਪਦਾ ਭਈ ਬਤੀਤ, ਇਹਨਾਂ ਵਕਾਰਾਂ ਕਰਕੇ ਜਿਹੜੀ ਅਪਦਾ ਆਉਣੀ ਹੈ, ਦੁੱਖ ਆਉਣਾ, ਇਹਨਾਂ ਵਕਾਰਾਂ ਕਰਕੇ ਜਿਹੜੀ ਬਦਨਾਮੀ ਹੋਣੀ ਹੈ, ਇਹਨਾਂ ਵਕਾਰਾਂ ਕਰਕੇ ਜਿਹੜਾ ਜਪ ਤਪ ਨਾਸ ਹੋਣਾ ਹੈ, ਉਹ ਅਪਦਾ ਵੀ ਪਰਮਾਤਮਾ ਦੂਰ ਕਰ ਦਿੰਦਾ। ਨਾ ਵਕਾਰ ਨੇੜੇ ਆਉਂਦੇ, ਨਾ ਵਕਾਰਾਂ ਦੀ ਅਪਦਾ ਨੇੜੇ ਆਉਂਦੀ, ਨਾ ਦੁੱਖ ਨੇੜੇ ਆਉਂਦਾ। ਹੁਣ ਇਹ ਜਿਹੜਾ ਸ਼ਬਦ ਮਹਾਰਾਜ ਸ਼ੁਰੂ ਤੋਂ ਬਖਸ਼ਦੇ ਹਨ, ਜਿਨ ਤੁਮ ਭੇਜੇ ਤਿਨੇ ਬੁਲਾਏ। ਜਿਸ ਪਰਮਾਤਮਾ ਨੇ, ਐ ਮਹਾਤਮਾ ਜੀ, ਤੁਹਾਨੂੰ ਸੰਸਾਰ ਵਿੱਚ ਭੇਜਿਆ ਹੈ ਜਨਮ ਦੇ ਕੇ, ਉਸ ਪਰਮਾਤਮਾ ਨੇ ਤੁਹਾਨੂੰ ਆਪ ਆਪਣੇ ਸਰੂਪ ਰੂਪੀ ਘਰ ਵਿੱਚ ਬੁਲਾਇਆ ਹੈ। ਮਹਾਰਾਜ ਜੀਆਂ ਦਾ ਬਚਨ ਆਪਾਂ ਪੜ੍ਹਦੇ ਹਾਂ ਨਾ, ਜਨ ਪਰਉਪਕਾਰੀ ਆਏ। ਅਸੀਂ ਦੁਨੀਆ ਦੇ ਵਿੱਚ ਆਏ ਹਾਂ ਜਨਮ ਭੋਗਣ ਵਾਸਤੇ। ਅਸੀਂ ਆਏ ਹਾਂ ਆਪਣਾ ਕਰਮ ਭੋਗਣ ਵਾਸਤੇ। ਜਿਹੋ ਜਿਹੇ ਪਾਪ ਦੇ ਕਰਮ, ਪੁੰਨ ਦੇ ਕਰਮ ਕੀਤੇ ਹੋਣਗੇ, ਅਸੀਂ ਉਹ ਇੱਥੇ ਭੋਗਣੇ ਨੇ, ਉਹ ਖਾਣੇ ਪੈਣਗੇ ਸਾਨੂੰ, ਉਹ ਭੁਗਤਣੇ ਪੈਣਗੇ। ਪਰ ਰੱਬ ਦੇ ਜਿਹੜੇ ਪਿਆਰੇ ਨੇ ਨਾ, ਉਹ ਜਨਮ ਭੋਗਣ ਵਾਸਤੇ ਨਹੀਂ ਆਉਂਦੇ। ਉਹ ਕਾਹਦੇ ਵਾਸਤੇ ਆਉਂਦੇ ਨੇ? ਰੱਬ ਦੇ ਪਿਆਰਿਆਂ ਦੀ ਇੱਛਾ ਹੁੰਦੀ ਹੈ ਵੀ ਅਸੀਂ ਦੁਨੀਆ ਦਾ ਭਲਾ ਕਰੀਏ। ਸਾਨੂੰ ਤੇ ਜਨਮ ਮਿਲਿਆ ਨਾ, ਅਸੀਂ ਪੜ੍ਹਦੇ ਜ਼ਰੂਰ ਹਾਂ ਵੀ ਤੇਰੇ ਭਾਣੇ ਸਰਬੱਤ ਦਾ ਭਲਾ, ਇਹ ਪੜ੍ਹਦੇ ਹਾਂ। ਪਰ ਸਰਬੱਤ ਦਾ ਭਲਾ ਕਰਨ ਵੇਲੇ ਪਹਿਲਾਂ ਅਸੀਂ ਆਪ ਆਪਣੇ ਆਪ ਨੂੰ ਅੱਗੇ ਰੱਖੀਦਾ ਵੀ ਮੇਰਾ ਪਹਿਲਾਂ ਹੋਵੇ ਤੇ ਦੁਨੀਆ ਨਾਲ ਬਾਅਦ ਵਿੱਚ ਵੇਖਾਂਗਾ। ਤੇ ਜੇ ਕਿਸੇ ਦਾ ਭਲਾ ਹੁੰਦਾ ਪਿਆ ਨਾ, ਉੱਥੇ ਅਸੀਂ ਹੋਣ ਨਹੀਂ ਦੇਣਾ, ਉਹਦੇ ਵਿੱਚ ਅਸੀਂ ਲੱਤ ਜ਼ਰੂਰ ਫਸਾਉਣੀ ਹੈ ਜਾ ਕੇ ਵੀ ਇਹ ਹੋਣਾ ਨਹੀਂ ਚਾਹੀਦਾ। ਭਾਵੇਂ ਸਾਨੂੰ ਨਿੰਦਿਆ ਕਰਨੀ ਪਵੇ, ਚੁਗਲੀ ਕਰਨੀ ਪਵੇ, ਕੋਈ 100 ਦੇ ਰਾਹ ਦੇ ਵਿੱਚ ਸੱਪ ਬਿੱਛੂ ਛੱਡਣਾ ਪਵੇ, ਛੱਡਾਂਗੇ ਜ਼ਰੂਰ ਵੀ ਇਹਦਾ ਕੰਮ ਕਿਉਂ ਹੁੰਦਾ ਪਿਆ। ਸਾਨੂੰ ਜਨਮ ਮਿਲਿਆ, ਜਨਮ ਦੇ ਵਿੱਚ ਕੋਈ ਭਲੇ ਦਾ ਕੰਮ ਕਰਨਾ, ਤੇ ਉਹਦੇ ਵਿੱਚ ਵੀ ਅਸੀਂ ਆਪ ਲੱਤ ਲਾ ਕੇ ਰੋਕਾਂਗੇ। ਪਰ ਪਰਮਾਤਮਾ ਦੇ ਪਿਆਰੇ ਜਿਹੜੇ ਹੁੰਦੇ ਨੇ ਨਾ, ਉਹਨਾਂ ਦਾ ਸੁਭਾਅ ਬਣ ਜਾਂਦਾ ਪਰਉਪਕਾਰ ਕਰਨ। ਉਹ ਤਾਂ ਆਉਂਦੇ ਨੇ ਵਾਰ-ਵਾਰ ਜਨਮ ਲੈ ਕੇ ਵੀ ਅਸੀਂ ਤੇ ਮੁਕਤ ਹੋ ਗਏ ਹਾਂ ਨਾਮ ਜਪ ਕੇ। ਹੁਣ ਮੁਕਤ ਹੋ ਕੇ ਵੀ ਬੈਠੇ ਹੀ ਆ ਨਾ ਚੁੱਪ ਕਰਕੇ, ਚਲੋ ਦੁਨੀਆ ਤੇ ਇੱਕ ਵਾਰੀ ਫਿਰ ਚੱਲੀਏ। ਆਪ ਤੇ ਮੁਕਤ ਹੋਏ ਆ, ਹੋਰਾਂ ਨੂੰ ਵੀ ਇਹ ਕਹੀਏ ਵੀ ਤੁਸੀਂ ਵੀ ਨਾਮ ਜਪੋ, ਆਓ ਸਾਡੇ ਕੋਲ ਬੈਠੋ, ਉਹ ਵੀ ਨਾਮ ਜਪਣ ਤੇ ਮੁਕਤ ਹੋ ਜਾਣ। ਇਹ ਹੈ ਤੇਰੇ ਭਾਣੇ ਸਰਬੱਤ ਦਾ ਭਲਾ। ਸਾਨੂੰ ਤੇ ਜਨਮ ਮਿਲਿਆ, ਪਰ ਭਲਾ ਅਸੀਂ ਪੜ੍ਹਦੇ ਜ਼ਰੂਰ ਹਾਂ ਪਰ ਕਰਦੇ ਨਹੀਂ। ਪਰਮਾਤਮਾ ਦੇ ਪਿਆਰੇ ਜਦੋਂ ਮੁਕਤ ਹੋ ਕੇ ਚਲੇ ਜਾਂਦੇ ਨਾ ਨਿਰੰਕਾਰ ਦੇ ਕੋਲ, ਉੱਥੋਂ ਫਿਰ ਦੁਬਾਰਾ ਆਉਂਦੇ ਨੇ ਵੀ ਪਰਮਾਤਮਾ ਸਾਨੂੰ ਇੱਕ ਵਾਰੀ ਫਿਰ ਦੁਨੀਆ ਤੇ ਭੇਜ, ਅਸੀਂ ਦੁਨੀਆ ਦਾ ਹੋਰ ਭਲਾ ਕਰ ਆਈਏ, ਹੋਰਾਂ ਨੂੰ ਤਾਰ ਆਈਏ, ਹੋਰਾਂ ਦੇ ਉੱਪਰ ਵੀ ਮਿਹਰ ਕਰ ਆਈਏ। ਮਹਾਰਾਜ ਨੇ ਤਾਂ ਲਿਖਿਆ ਜਨ ਪਰਉਪਕਾਰੀ ਆਏ। ਰੱਬ ਦੇ ਪਿਆਰੇ ਸਾਡੇ ਵਾਂਗ ਨਹੀਂ ਆਏ। ਕਈ ਵਾਰੀ ਆਪਾਂ ਕਹਿ ਦਿੰਦੇ ਜਿਵੇਂ ਦਾ ਸਰੀਰ ਤੇਰਾ ਉਵੇਂ ਦਾ ਮੇਰਾ, ਜਿਵੇਂ ਦਾ ਮੇਰਾ ਜਨਮ ਹੋਇਆ ਉਵੇਂ ਦਾ ਤੇਰਾ ਜਨਮ ਹੋਇਆ। ਨਹੀਂ, ਸਰੀਰ ਤੇ ਸਾਡਾ ਇੱਕੋ ਜਿਹਾ ਹੋ ਸਕਦਾ,
ਜਨਮ ਤੇ ਇੱਕੋ ਜਿਹਾ ਹੋ ਸਕਦਾ, ਪਰ ਕਰਮ ਕਰਤੂਤ ਇੱਕੋ ਜਿਹੀ ਨਹੀਂ। ਸਾਧੂ ਹਰ ਵੇਲੇ ਨਾਮ ਜਪਦਾ, ਅਸੀਂ ਹਰ ਵੇਲੇ ਮਾਇਆ ਦਾ ਚਿੰਤਨ ਕਰਦੇ। ਫਰਕ ਪੈ ਗਿਆ ਨਾ, ਕਿਉਂਕਿ ਅਸੀਂ ਕਰਮ ਭੋਗਣ ਆਏ ਹਾਂ ਤੇ ਕਰਮ ਕਰਨ ਆਏ ਹਾਂ। ਰੱਬ ਦੇ ਪਿਆਰੇ ਸਿਰਫ ਪਰਉਪਕਾਰ ਕਰਨ ਆਏ, ਭਲਾ ਕਰਨ ਆਏ ਦੁਨੀਆ ਦਾ, ਤੇ ਉਹ ਕੰਮ ਵੀ ਭਲੇ ਦਾ ਹੀ ਕਰਨਗੇ ਜਦੋਂ ਕਰਨਗੇ। ਹੁਣ ਵੇਖਣ ਨੂੰ ਕਾਂ ਤੇ ਕੋਇਲ ਤੇ ਗੁਰਮੁਖੋ ਰੰਗ ਤੇ ਇੱਕੋ ਜਿਹਾ ਹੀ ਹੈ ਨਾ, ਤੇ ਸਰੀਰ ਦਾ ਆਕਾਰ ਵੀ ਇੱਕੋ ਜਿਹਾ। ਹੁਣ ਕਾਂ ਇਹ ਤੇ ਨਹੀਂ ਨਾ ਕਹਿ ਸਕਦਾ ਵੀ ਮੈਂ ਵੀ ਕੋਇਲ ਬਣ ਗਿਆ, ਨਹੀਂ, ਕੋਇਲ ਦੀ ਆਵਾਜ਼ ਵੱਖਰੀ ਹੈ, ਉਹਦਾ ਕਰਮ ਵੱਖਰਾ ਹੈ। ਸਾਡਾ ਸਰੀਰ ਭਾਵੇਂ ਸਾਧੂ ਵਰਗਾ ਹੋ ਸਕਦਾ, ਉਹਦੇ ਨਾਲੋਂ ਵੀ ਜ਼ਿਆਦਾ ਲੰਮਾ ਚੌੜਾ ਹੋ ਸਕਦਾ, ਸੋਹਣਾ ਸੁਨੱਖਾ ਹੋ ਸਕਦਾ, ਪਰ ਸਾਡੀ ਕਰਨੀ ਕੰਮ, ਸਾਧੂ ਦੇ ਕਰਨੇ ਕੰਮ, ਉਹਦੇ ਵਿੱਚ ਬੜਾ ਅੰਤਰ ਹੈ, ਬੜਾ ਫਰਕ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਣ ਤੁਮ ਭੇਜੇ ਤਿਨਹਿ ਬੁਲਾਏ। ਜਿਸ ਪ੍ਰਮਾਤਮਾ ਨੇ ਤੁਹਾਨੂੰ ਦੁਨੀਆ ਤੇ ਭੇਜਿਆ ਹੈ ਸਾਧੂ ਜਨੋ, ਕਾਹਦੇ ਵਾਸਤੇ? ਭਲਾ ਕਰਨ ਵਾਸਤੇ, ਨਾਮ ਜਪਣ ਵਾਸਤੇ। ਤਿਨਹਿ ਬੁਲਾਏ, ਉਸ ਪ੍ਰਮਾਤਮਾ ਨੇ ਤੁਹਾਨੂੰ ਸਰੂਪ ਰੂਪੀ ਘਰ ਵਿੱਚ ਫਿਰ ਬੁਲਾ ਲਿਆ ਹੈ। ਸੁਖ ਸਹਿਜ ਸੇਤੀ ਘਰ ਆਪ ਆਓ। ਜੀ ਕਹਿਣ ਲੱਗੇ ਵੀ ਸਹਿਜੇ ਹੀ ਸੁਖਾਂ ਦੇ ਸਮੇਤ, ਸਹਿਜੇ ਹੀ ਆਨੰਦ ਦੇ ਸਮੇਤ ਸਰੂਪ ਰੂਪੀ ਘਰ ਦੇ ਵਿੱਚ ਹੈ ਮਹਾਤਮਾ ਜੀ, ਆ ਜਾਣਾ ਕਰੋ। ਆਨੰਦ ਮੰਗਲ ਗੁਣ ਗਾਓ ਸਹਿਜ ਧੁਨ। ਗੁਰੂ ਪਾਤਸ਼ਾਹ ਕਹਿਣ ਲੱਗੇ, ਸ਼ਾਂਤੀਦਾਇਕ ਜਿਹੜੀ ਬਾਣੀ ਹੈ, ਤੇ ਸ਼ਾਂਤੀ ਨੂੰ ਬਾਣੀ ਕਿਹੜੀ ਹੈ ਜਿਹੜੀ ਸ਼ਾਂਤੀ ਦਿੰਦੀ ਹੈ? ਸਾਡੀ ਬਾਣੀ ਵਿੱਚੋਂ ਤੇ ਵਕਾਰ ਦੀਆਂ ਗੱਲਾਂ ਹੋਣਗੀਆਂ, ਨਿੰਦਿਆ ਦੀਆਂ ਗੱਲਾਂ, ਸਾਡੇ ਬਚਨਾਂ ਵਿੱਚੋਂ ਤੇ ਦੁਨੀਆ ਨੂੰ ਦੁੱਖ ਦੇਣ ਵਾਲੇ ਹੀ ਬਚਨ ਨਿਕਲਣਗੇ। ਪਰ ਇੱਕ ਗੁਰੂ ਕੀ ਐਸੀ ਬਾਣੀ ਹੈ ਜਿਹੜੀ ਸ਼ਾਂਤੀ ਦਿੰਦੀ ਹੈ। ਗੁਰੂ ਕੀ ਐਸੀ ਬਾਣੀ ਹੈ ਜਿਹਦੇ ਵਿੱਚ ਨਿੰਦਿਆ ਕੋਈ ਨਹੀਂ ਹੈ, ਜਿਹਦੇ ਵਿੱਚ ਦੋਸ਼ ਕੋਈ ਨਹੀਂ। ਇਹਨੂੰ ਕਿਹਾ ਜਾਂਦਾ ਸ਼ਾਂਤੀ ਨੂੰ ਦੇਣ ਵਾਲੀ ਬਾਣੀ। ਜਦੋਂ ਪੜਾਂਗੇ ਨਾ, ਅਸੀਂ ਆਪ ਵੀ ਸ਼ਾਂਤ ਹੋ ਜਾਵਾਂਗੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਆਨੰਦ ਮੰਗਲ ਗੁਣ ਗਾਓ ਸਹਿਜ ਧੁਨ। ਸ਼ਾਂਤੀ ਰੂਪੀ ਬਾਣੀ ਨੂੰ ਗਾ ਕੇ, ਜੋ ਪਰਮਾਤਮਾ ਆਨੰਦਦਾਇਕ ਹੈ ਅਤੇ ਮੰਗਲਦਾਇਕ ਉਸਦੇ ਜਿਹੜੇ ਗੁਣ ਨੇ ਜਿਨ੍ਹਾਂ ਨੇ ਗਾਏ ਹਨ। ਨੇਚਲ ਰਾਜ ਕਮਾਓ। ਉਹਨਾਂ ਨੇ ਰਾਜ ਕਹੀਏ ਹੁਕਮ ਨੂੰ ਮੰਨਿਆ ਹੈ, ਹੁਕਮ ਦੀ ਕਮਾਈ ਕੀਤੀ ਹੈ। ਅਸੀਂ ਹੁਕਮ ਨਹੀਂ ਮੰਨਦੇ। ਜਿੰਨਾ ਚਿਰ ਸਾਡੇ ਵਿੱਚ ਜ਼ੋਰ ਹੈ ਨਾ, ਤਾਕਤ, ਉਹਨਾਂ ਚਿਰ ਅਸੀਂ ਤਾਕਤ ਲਾਉਂਦੇ ਹਾਂ। ਪਰ ਜਦੋਂ ਤਾਕਤ ਖਤਮ ਹੋ ਗਈ, ਫਿਰ ਆਖਣਾ ਇਹ ਤੇ ਹੁਕਮ ਹੈ। ਇਹ ਹੁਕਮ ਨਹੀਂ ਹੈ। ਹੁਕਮ ਉਹ ਹੈ ਸਭ ਕੁਝ ਹੁੰਦਿਆਂ ਹੋਇਆਂ ਵੀ ਉਹਦੇ ਭਾਣੇ ਨੂੰ ਮੰਨ ਲੈਣਾ, ਉਹਦੀ ਕੀਤੀ ਨੂੰ ਮੰਨ ਲੈਣਾ। ਇਹ ਹੈ ਹੁਕਮ ਮੰਨਣਾ। ਸਤਿਗੁਰਾਂ ਦਾ ਸਿੱਖ ਭਾਈ ਭਿਖਾਰੀ ਹੈ ਨਾ, ਗੁਜਰਾਤ ਵਿੱਚ ਰਹਿੰਦਾ, ਪਾਕਿਸਤਾਨ ਦੇ ਵਿੱਚ ਇੱਕ ਇਲਾਕਾ ਹੈ। ਪੁੱਤਰ ਦਾ ਵਿਆਹ ਰੱਖਿਆ, ਨਾਲ ਹੀ ਮੌਤ ਦਾ ਸਮਾਨ ਇਕੱਠਾ ਕਰਦਾ। ਤੇ ਵਿਆਹ ਕਰਵਾਉਂਦਾ ਪੁੱਤਰ ਮਰ ਗਿਆ, ਤੇ ਉਹ ਮੌਤ ਵਾਲਾ ਸਮਾਨ ਕੱਢ ਕੇ ਬਾਹਰ ਰੱਖਿਆ ਵੀ ਚਲੋ ਇਹਦਾ ਅੰਤਮ ਸੰਸਕਾਰ ਕਰੀਏ। ਸਾਰੇ ਵੇਖ ਕੇ ਹੈਰਾਨ ਹੋ ਗਿਆ, ਕਹਿਣ ਲੱਗੇ ਵੀ ਤੈਨੂੰ ਪਹਿਲਾਂ ਪਤਾ ਸੀ ਵੀ ਇਹਨੇ ਮਰ ਜਾਣਾ? ਕਹਿਣ ਲੱਗਾ, ਹਾਂ, ਮੈਨੂੰ ਪਹਿਲਾਂ ਪਤਾ ਸੀ ਵੀ ਇਹਨੇ ਮਰ ਜਾਣਾ। ਤੇ ਪੁੱਛਣ ਵਾਲਿਆਂ ਨੇ ਆਖਿਆ, ਜੇ ਤੇਰਾ ਇੱਕੋ ਪੁੱਤਰ ਇਹਨੇ ਮਰ ਜਾਣਾ ਸੀ, ਤੈਨੂੰ ਪਹਿਲਾਂ ਹੀ ਪਤਾ ਸੀ, ਤੇ ਫਿਰ ਗੁਰੂ ਅਰਜਨ ਪਾਤਸ਼ਾਹ ਦੇ ਕੋਲ ਜਾਂਦਾ, ਜਾ ਕੇ ਮਹਾਰਾਜ ਨੂੰ ਬੇਨਤੀ ਕਰਦਾ ਵੀ ਮਹਾਰਾਜ ਪੁੱਤਰ ਦੀ ਉਮਰਾਂ ਲੰਬੀ ਕਰ ਦਿਓ। ਜਿਸ ਗੁਰੂ ਨੇ ਤੈਨੂੰ ਇੰਨੀ ਤਾਕਤ ਦਿੱਤੀ ਹੈ ਵੀ ਤੈਨੂੰ ਆਉਣ ਵਾਲੇ ਸਮੇਂ ਦਾ ਪਹਿਲਾਂ ਪਤਾ ਹੈ, ਉਹ ਗੁਰੂ ਫਿਰ ਤੇਰੀ ਬੇਨਤੀ ਨੂੰ ਟਾਲੇਗਾ ਨਹੀਂ, ਤੇਰੇ ਪੁੱਤਰ ਦੀ ਉਮਰਾਂ ਲੰਮੀ ਕਰ ਦਿੰਦਾ। ਤੇ ਭਾਈ ਭਿਖਾਰੀ ਨੇ ਬਚਨ ਸੁਣਿਆ, ਕਹਿਣ ਲੱਗੇ, ਫਿਰ ਇਹ ਭਾਣਾ ਤੇ ਨਾ ਹੋਇਆ। ਇਹ ਭਾਣਾ ਤੇ ਨਾ ਹੈ, ਤੇ ਫਿਰ ਮੇਰੀ ਮਰਜ਼ੀ ਹੋਈ ਨਾ ਵੀ ਮੇਰੇ ਪੁੱਤਰ ਦੀ ਉਮਰਾਂ ਲੰਮੀ ਕਰ ਦਿਓ। ਭਾਣਾ ਤੇ ਉਹ ਹੈ ਜੋ ਪਰਮਾਤਮਾ ਨੇ ਕੀਤਾ ਉਹਨੂੰ ਹੀ ਮੰਨਣਾ, ਵੀ ਜੋ ਤੂੰ ਕੀਤਾ ਠੀਕ ਕੀਤਾ, ਜੋ ਤੁਧ ਭਾਵੈ ਸਾਈ ਭਲੀ ਕਾਰ। ਜੇ ਮੈਨੂੰ ਮਹਾਰਾਜ ਇਹ ਤਾਕਤ ਹੀ ਨਾ ਦਿੰਦੇ, ਤੇ ਫਿਰ ਵੀ ਤੇ ਮੈਂ ਦੂਜੇ ਲੋਕਾਂ ਵਾਂਗ ਜਾਰੀ ਲੈਣਾ ਸੀ। ਜੇ ਮਹਾਰਾਜ ਨੇ ਤਾਕਤ ਦਿੱਤੀ ਹੈ, ਮੇਰਾ ਫਰਜ਼ ਬਣਦਾ ਵੀ ਉਹ ਭਾਣੇ ਨੂੰ ਮੰਨਾਂ। ਤਾਕਤ ਹੁੰਦਿਆਂ ਹੋਇਆਂ ਵੀ ਉਹਦਾ ਹੁਕਮ ਮੰਨਣਾ, ਉਹਨੂੰ ਕਹਿੰਦੇ ਹੁਕਮ ਮੰਨਣਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸੋ ਇਸ ਤਰ੍ਹਾਂ ਜਿਹੜੇ ਗੁਰਮੁਖ ਨੇ ਰਾਜ ਕਮਾਓ, ਹੁਕਮ ਨੂੰ ਕਮਾਉਂਦੇ ਨੇ, ਪਰਮਾਤਮਾ ਦੇ ਭਾਣੇ ਵਿੱਚ ਰਹਿੰਦੇ ਹਨ। ਤੁਮ ਕਰ ਆਵੋ ਮੇਰੇ ਮੀਤ, ਤੁਮਰੇ ਦੁਖੀ ਹਰ ਆਪ ਨਿਵਾਰੇ, ਅਪਦਾ ਭਈ ਬਤੀਤ ਰਾਓ। ਪੰਕਤੀਆਂ ਦੇ ਆਪਾਂ ਜਿਹੜੇ ਅਰਥ ਨੇ ਉਹ ਪਹਿਲਾਂ ਸਰਵਣ ਕਰ ਲਏ ਨੇ, ਕਿਉਂਕਿ ਸ਼ਬਦ ਆਪਾਂ ਇੱਥੋਂ ਹੀ ਸ਼ੁਰੂ ਕੀਤਾ ਸੀ ਵੀ ਉਹ ਪਰਮਾਤਮਾ ਆਪ ਕਿਰਪਾ ਕਰਦਾ ਹੈ। ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ,
ਨਾਸਨ ਭਾਜਨ ਉਹ ਥਾਕੇ। ਜਿਹੜਾ ਕਰਨਹਾਰ ਪ੍ਰਮਾਤਮਾ ਆਪਣੇ ਸੰਤਾਂ ਨੂੰ ਨਾਮ ਜਪਾ ਕੇ ਆਪੇ ਪ੍ਰਗਟ ਕਰ ਦਿੰਦਾ। ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਸਾਰੇ ਮਿਲ ਕੇ ਆਖੀਏ, ਜਨ ਨਾਨਕ ਗੁਰਮੁਖ ਪ੍ਰਗਟ। ਗੁਰਮੁਖਾਂ ਨੂੰ ਆਪੇ ਪ੍ਰਗਟ ਕਰ ਦਿੰਦਾ, ਮਸ਼ਹੂਰ ਕਰ ਦਿੰਦਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਨਾਸਣ ਤੋਂ ਭਾਵ ਹੁੰਦਾ ਨਾਸਤਕ ਪੁਣਾ, ਰੱਬ ਨੂੰ ਮੰਨਣਾ ਹੀ ਨਾ, ਰੱਬ ਦੀ ਹੋਂਦ ਨੂੰ ਮੰਨਣਾ ਹੀ ਨਾ। ਇਹ ਜਿਹੜਾ ਨਾਸਤਕ ਪੁਣੇ ਰੂਪੀ ਭਾਂਡੇ ਨੇ ਉਹ ਪ੍ਰਮਾਤਮਾ ਨੇ ਭੰਨ ਦਿੱਤੇ। ਨਾਸਤਕ ਪੁਣਾ ਰਹਿ ਹੀ ਨਹੀਂ ਗਿਆ। ਭਾਜਣ ਤੋਂ ਭਾਵ ਹੁੰਦਾ ਭਾਂਡਾ। ਇਹ ਨਾਸਤਕ ਪੁਣੇ ਦਾ ਭਾਂਡਾ ਪ੍ਰਮਾਤਮਾ ਨੇ ਭੰਨ ਦਿੱਤਾ ਹੈ। ਹੁਣ ਨਾਸਤਕ ਨਹੀਂ, ਅਸੀਂ ਆਸਤਕ ਬਣ ਗਏ, ਸ਼ਰਧਾ ਵਾਲੇ ਬਣ ਗਏ। ਹਾਂ, ਘਰ ਮੰਗਲ ਵਾਜੇ ਨਿਤ ਵਾਜੇ, ਆਪਣੇ ਖਸਮ ਨਿਵਾਜੇ। ਜਿਨ੍ਹਾਂ ਨੂੰ ਖਸਮ ਪ੍ਰਮਾਤਮਾ ਨੇ ਵਡਿਆਈ ਦੇ ਕੇ ਨਵਾਜਿਆ ਹੈ, ਉਹਨਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਕਹਿਣ ਲੱਗੇ ਪ੍ਰਮਾਤਮਾ ਦੇ ਆਨੰਦਦਾਇਕ ਵਾਜੇ ਜਿਹੜੇ ਉਹ ਵੱਜਦੇ ਹਨ। ਅਸਤਰ ਹੋ ਦੋਲੋ ਮਤ ਕਬਹੂ, ਗੁਰ ਕੇ ਬਚਨ ਆਧਾਰ। ਜਿਨ੍ਹਾਂ ਨੇ ਗੁਰੂ ਦੇ ਬਚਨ ਦਾ ਆਧਾਰ ਆਸਰਾ ਲਿਆ ਹੈ, ਉਹ ਸੰਤ ਜਨ ਫਿਰ ਕਦੇ ਡੋਲਦੇ ਨਹੀਂ। ਸਦਾ ਹੀ ਮਤ ਨੂੰ ਪੱਕਿਆਂ ਰੱਖ ਕੇ ਪ੍ਰਮਾਤਮਾ ਤੇ ਭਰੋਸਾ ਰੱਖਦੇ। ਇਹ ਸੰਤ ਕੌਣ ਹੈ ਗੁਰਮੁਖੋ? ਸੰਤ ਹੈ ਭਗਤ ਪ੍ਰਹਿਲਾਦ। ਹਰਨਾਕਸ਼ ਵਰਗਿਆਂ ਨੇ ਡਲਾਉਣਾ ਚਾਹਿਆ, ਤਸੀਹੇ ਦੇ ਦੇ ਕੇ, ਦੁੱਖ ਦੇ ਦੇ ਕੇ, ਪਰ ਨਹੀਂ ਡੋਲਿਆ। ਜਿੱਥੇ ਮੱਤ ਟਕਾ ਲਈ ਉੱਥੇ ਹੀ ਟਿਕੀ ਰਹੀ। ਨਹੀਂ, ਪ੍ਰਮਾਤਮਾ ਰੱਖਿਆ ਕਰੇਗਾ, ਤੇ ਕਰ ਵਿਖਾਈ ਪ੍ਰਮਾਤਮਾ ਨੇ ਰੱਖਿਆ। ਇਸ ਤਰ੍ਹਾਂ ਗੁਰਮੁਖ ਭਗਤ ਜਿਹੜੇ ਨੇ ਆਪਣੀ ਮੱਤ ਨੂੰ ਟਿਕਾ ਲੈਂਦੇ ਹਨ। ਜੈ ਜੈਕਾਰ ਸਗਲ ਭੂ ਮੰਡਲ, ਮੁਖ ਉਜਲ ਦਰਬਾਰ। ਇਸ ਸੰਸਾਰ ਦੇ ਉੱਪਰ ਵੀ ਭਗਤ ਪ੍ਰਹਿਲਾਦ ਵਰਗਿਆਂ ਦੇ ਮੁਖ ਉਜਲੇ ਹੁੰਦੇ, ਜੈ ਜੈਕਾਰ ਹੁੰਦੀ ਹੈ। ਪ੍ਰਮਾਤਮਾ ਦੇ ਦਰਬਾਰ ਵਿੱਚ ਵੀ ਮੁਖ ਉਜਲਾ ਲੈ ਕੇ ਜਾਂਦੇ ਹਨ। ਜਿਨ ਕੇ ਜੀਤ ਨਹੀਂ ਫੇਰੇ, ਆਪੇ ਭਇਆ ਸਹਾਈ। ਇਸ ਪ੍ਰਮਾਤਮਾ ਦੇ ਇਹ ਜੀਵ ਸਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਸ ਪ੍ਰਮਾਤਮਾ ਨੇ ਆਪੇ ਹੀ ਫੇਰ ਦਿੱਤੇ, ਮੋੜ ਦਿੱਤੇ। ਕਾਮ ਕ੍ਰੋਧ ਦੀ ਵਾਸ਼ਨਾ ਭਗਤਾਂ ਗੁਰਮੁਖਾਂ ਦੀ ਖਤਮ ਹੀ ਕਰ ਦਿੱਤੀ, ਮੁਕਾ ਦਿੱਤੀ ਹੈ। ਜਿਨ ਕੇ ਜੀ, ਜਿਸ ਪ੍ਰਮਾਤਮਾ ਨੇ ਵਿਕਾਰ ਪੈਦਾ ਕੀਤੇ, ਤਿਨੇ ਹੀ ਫੇਰੇ, ਉਹਨੇ ਹੀ ਮੋੜ ਦਿੱਤੇ। ਆਪੇ ਭਇਆ ਸਹਾਈ, ਆਪਣੇ ਸੰਤਾਂ ਦੀ ਉਹ ਆਪੇ ਸਹਾਇਤਾ ਕਰਦਾ ਹੈ। ਅਚਰਜ ਕੀਆ ਕਰਨਾ ਹਾਰੇ, ਨਾਨਕ ਸੱਚ ਵਡਿਆਈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਸੱਚ ਵਡਿਆਈ ਦਾ ਜੋ ਮਾਲਕ ਪ੍ਰਮਾਤਮਾ ਹੈ, ਅਚਰਜ ਕੀਆ ਕਰਨੇ ਹਾਰੇ, ਉਸ ਪ੍ਰਮਾਤਮਾ ਨੇ ਹੈਰਾਨ ਕਰਨ ਵਾਲਾ ਕੰਮ ਇਹ ਕੀਤਾ ਕਿ ਕ੍ਰੋਧ ਨੂੰ ਸ਼ਾਂਤ ਕਰ ਦਿੱਤਾ। ਹੰਕਾਰ ਜਿਹੜਾ ਮੁੱਕਦਾ ਨਹੀਂ ਉਹਨੂੰ ਮੁਕਾ ਦਿੱਤਾ। ਕਾਮ ਜਿਹੜਾ ਖਤਮ ਨਹੀਂ ਹੁੰਦਾ ਉਹਨੂੰ ਕਰ ਦਿੱਤਾ। ਐਸੀਆਂ ਬਖਸ਼ਿਸ਼ਾਂ, ਜਿਹੜੇ ਵਕਾਰ ਕੱਲ੍ਹ ਵੈਰੀ ਸਨ, ਅੱਜ ਉਹ ਵਕਾਰ ਸਾਡੇ ਮਿੱਤਰ ਬਣ ਗਏ, ਸਾਡੇ ਕੋਲੋਂ ਭਲਾ ਕਰਾਉਣ ਵਾਲੇ ਹੋ ਗਏ। ਐਸੀਆਂ ਬਖਸ਼ਿਸ਼ਾਂ, ਐਸੀਆਂ ਰਹਿਮਤਾਂ, ਐਸੇ ਕੌਤਕ ਉਹ ਪ੍ਰਮਾਤਮਾ ਕਰਦਾ ਹੈ। ਭੁੱਲਾਂ ਦੀ ਮੁਆਫੀ, ਬਚਨ ਗੁਰੂ ਕਾ ਹਿਰਦੇ ਵਸੇ, ਦਿਓ ਸੱਜਣ ਆਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲੋ। ਜਿਨ ਕੇ ਜੀਤ ਨਹੀਂ ਫੇਰੇ, ਆਪੇ ਭਇਆ ਸਹਾਈ। ਅਚਰਜ ਕੀਆ ਕਰਨਾ ਹਾਰੇ, ਨਾਨਕ ਸੱਚ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ।